भारत ने अपना रवायती कमीनापन दिखाते हुए ਮੈਨੂੰ ਅੱਜ ਮਾਰਿਆ ਜਾਏ ਜਾਂ ਮੈਨੂੰ ਸਾਲ ਬਾਅਦ ਮਾਰਿਆ ਜਾਏ ਤੇ ਸਿੱਖ ਤੋਂ ਵੱਡਾ ਕੋਈ ਵੱਡਾ ਫੌਜੀ ਨਹੀਂ ਹੈ। ਭਾਰਤੀ ਹਕੂਮਤ ਨੇ ਮੇਰੇ ਸਿਰ ਤੇ 5 ਲੱਖ ਦਾ ਇਨਾਮ ਰੱਖਿਆ ਹੋਇਆ ਤੇ ਛਾਤੀਆਂ 'ਚ ਗੋਲੀਆਂ ਖਾਣ ਲਈ ਤਿਆਰ ਹਾਂ ਕਿ ਪਾਕਿस्तान ਦੇ ਵੱਲ ਕੋਈ नजर ना करे। सियासी मैदान की हर बड़ी खबर से आगाह रहने के लिए हमारे चैनल आजाद सियासत को सब्सक्राइब करें और बेल आइकन को प्रेस करें। बिस्मिल्लाहिर्रहमानिर्रहीम। मैं हूं अजहर जावेद और आज एक बार फिर हमारे साथ मौजूद हैं सिख फॉर जस्टिस के गुरपंतवंत सिंह साहब। और पहले भी इनसे बात हुई थी, उस वक्त जंग के खतरात मंडरा रहे थे, लेकिन अब तो भारत ने अपना रवायती कमीनापन दिखाते हुए पाकिस्तान पर हमला किया और जिसमें 27 सिविलियंस को शहीद किया गया। आज बात करेंगे दोबारा पन्नू साहब से। पन्नू जी, गल ते हुण वध गई, हुण पाकिस्तान दे उत्ते हमला भी कर दिता इंडिया ने ते पाकिस्तान ने इंडिया दे 5 जहाज भी डगा दिते। की कहंदे हो तुसीं एज ए सिंह कौम दे नुमाइंदे होण दे तौर ते? ਦੇਖੋ, ਸਭ ਤੋਂ ਪਹਿਲਾਂ ਅਸੀਂ ਅਜ਼ਹਰ ਸਾਹਿਬ ਤੁਹਾਨੂੰ ਤੇ ਪਾਕਿਸਤਾਨ ਦਾ ਜਿੰਨਾ ਆਵਾਮ ਹੈ, ਅਸੀਂ ਪਹਿਲਾਂ ਉਹਨਾਂ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਤਹਿ ਦਿਲੋਂ ਸਾਡੀਆਂ ਦੁਆਵਾਂ ਉਹਨਾਂ ਸ਼ਹੀਦ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ, ਜਿਨ੍ਹਾਂ ਦੀਆਂ ਬੱਚੀਆਂ ਤੇ ਜਿਨ੍ਹਾਂ ਦੇ ਘਰ ਦੇ ਜਿਹੜੇ ਆ ਜੀ ਉਹ ਸ਼ਹੀਦ ਹੋਏ ਆ। ਪਰ ਇੱਕ ਗੱਲ ਦੇਖਣੀ ਪੈਣੀ ਹੈ ਅਜ਼ਹਰ ਸਾਹਿਬ ਕਿ ਜਦੋਂ ਮੁਲਕ ਦੇ ਉੱਤੇ ਹਮਲਾ ਹੁੰਦਾ ਹੈ ਤੇ ਉਥੇ ਦਾ ਆਵਾਮ ਹੀ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਤੇ ਆਵਾਮ ਦੀ ਜਿਹੜੀ ਸ਼ਹਾਦਤ ਹੈ ਉਹ ਅਜਾਈ ਨਹੀਂ ਜਾਂਦੀ ਔਰ ਇਹ ਸ਼ਹਾਦਤ ਵੀ ਅਜਾਈ ਨਹੀਂ ਗਈ। ਔਰ ਇਸ ਦਾ ਫਖਰ ਹੋਣਾ ਚਾਹੀਦਾ ਪੂਰੇ ਪਾਕਿਸਤਾਨ ਨੂੰ ਕਿ ਪਾਕਿਸਤਾਨ ਦੀ ਫੌਜ ਨੇ ਜਿਹੜੀ ਗੱਲ ਕਹੀ ਸੀ ਉਹ ਕਰ ਵਿਖਾਈ। ਜਿਹੜੇ ਇੰਡੀਆ, ਜਿਹੜਾ ਹਿੰਦੁਸਤਾਨ ਹੈ, ਜਿਹੜੀ ਹਕੂਮਤ ਹੈ ਨਰਿੰਦਰ ਮੋਦੀ ਦੀ, ਜਿਹੜੇ ਕਹਿੰਦੇ ਸੀ ਸਾਡੇ ਉਹ ਫਾਈਟਰ ਜੈਟਸ ਰਾਈਫਲ ਹੈ, ਕੋਈ ਮਿਰਾਜ ਹੈ, ਚੜ੍ਹ ਕੇ ਆਉਣਗੇ, ਉਹ ਉਹਨਾਂ ਨੇ ਤਬਾਹ ਕਰ ਦਿੱਤੇ। ਜਿਸ ਘੰਟੇ ਦੇ ਵਿੱਚ ਉਹਨਾਂ ਨੇ ਆਪਣੇ ਪਾਕਿਸਤਾਨ ਦੇ ਬੱਚੇ ਸ਼ਹੀਦ ਕੀਤੇ ਆ, ਉਸੇ ਘੰਟੇ ਦੇ ਵਿੱਚ ਉਹ ਤਬਾਹ ਹੋ ਕੇ ਜ਼ਮੀਨ ਤੇ ਡਿੱਗੇ ਪਏ ਆ। ਇਹ ਬਹੁਤ ਵੱਡੀ ਫਖਰ ਦੀ ਗੱਲ ਹੈ ਕਿ ਪਾਕਿਸਤਾਨ ਜਿਹੜੀ ਕਿ ਇੱਕ ਪਾਕ ਜਗ੍ਹਾ ਸਾਡੇ ਲਈ, ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ, ਜਿਹਦੇ ਤੇ ਹਮਲਾ ਕੀਤਾ ਗਿਆ ਉਹ ਵੀ ਮਸਜਿਦਾਂ ਤੇ, ਕਿਸੇ ਮਿਲਟਰੀ ਦੇ ਉੱਤੇ ਨਹੀਂ ਕੀਤਾ। ਇੱਕ ਮਸਜਿਦਾਂ ਤੇ ਹਮਲਾ ਕਰਕੇ ਤੇ ਛੋਟੇ ਬੱਚੇ ਤੇ ਬੱਚੀਆਂ ਨੂੰ ਮਾਰ ਕੇ ਆਪਣੇ ਆਪ ਨੂੰ ਉਹ ਸੂਰਮੇ ਦੱਸਦੇ ਆ। ਉਹਨਾਂ ਦੇ ਜਹਾਜ਼ ਸੁੱਟ ਕੇ ਤਬਾਹ ਕਰਕੇ ਪਾਕਿਸਤਾਨ ਦੀ ਸਰਕਾਰ ਤੇ ਫੌਜ ਨੇ ਜਿਹੜਾ ਹੈ ਬਹੁਤ ਹੀ ਜਿਹੜਾ ਜਵਾਬ ਜਿਹੜਾ ਹੈ ਕਾਮਯਾਬ ਜਵਾਬ ਦਿੱਤਾ ਹੈ। ਤੇ ਤੁਸੀਂ ਸਮਝਦੇ ਹੋ ਕਿ ਪਾਕਿਸਤਾਨ ਦੀ ਇਹ ਫਤਹ ਹੈ ਕਿ ਪਾਕਿਸਤਾਨ ਨੇ ਜਹਾਜ਼ ਡਗਾਏ ਨੇ? ਦੇਖੋ, ਇਹ ਜਿਹੜੀ ਜੰਗ ਹੁੰਦੀ ਹੈ ਨਾ, ਉਹਦੇ 'ਚ ਛੋਟੀਆਂ ਛੋਟੀਆਂ ਫਤਿਹ ਹੁੰਦੀਆਂ। ਉਹਦੇ 'ਚ ਇਹ ਨਹੀਂ ਹੁੰਦਾ ਕਿ ਆਪਾਂ ਜੇ ਹੁਣ ਸੋਚੀਏ ਜੀ ਜਹਾਜ਼ ਡਿੱਗ ਗਏ ਆ ਤੇ ਆਪਣੀ ਫਤਿਹ ਹੋ ਗਈ ਆ। ਜਿਹੜੀ ਹਿੰਦੁਸਤਾਨ ਦੇ ਨਾਲ ਲੜਾਈ ਹੈ ਅਜ਼ਹਰ ਸਾਹਿਬ, ਉਹ 5 ਜਹਾਜ਼ ਜਾਂ 50 ਜਹਾਜ਼ ਡਿੱਗਿਆ ਨਹੀਂ ਮੁੱਕਣੀ। ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਔਰ ਮੇਰੀ ਗੱਲ ਪਾਕਿਸਤਾਨ ਦੀ ਸਰਕਾਰ ਸੁਣ ਲੇ, ਮੇਰੀ ਆਵਾਜ਼ ਜਿਹੜੀ ਆ ਉਹ ਪਾਕਿਸਤਾਨ ਦੀ ਫੌਜ ਸੁਣ ਲੇ। ਹਾਲਾਂਕਿ ਉਹ ਬਹੁਤ ਹੀ ਐਡਵਾਂਸਡ ਫੌਜ ਹੈ, ਪਰ ਜਿਹੜੀਆਂ ਜੰਗਾਂ ਹੈਗੀਆਂ ਉਹ ਸਟ੍ਰੈਟਜੀ ਦੇ ਨਾਲ ਜਿੱਤੀਆਂ ਜਾਂਦੀਆਂ, ਦਿਮਾਗ ਦੇ ਨਾਲ ਜਿੱਤੀਆਂ ਜਾਂਦੀਆਂ, ਜਿੱਦਾਂ ਉਹਨਾਂ ਨੇ ਉਹਨਾਂ ਦੇ ਜਹਾਜ਼ ਸੁੱਟੇ ਆ। ਇਹ ਜੰਗ ਜਿਹੜੀ ਹੈਗੀ ਆ ਇਹ ਹਥਿਆਰਾਂ ਨਾਲ ਨਹੀਂ ਜਿੱਤੀ ਜਾਣੀ। ਇਹ ਜੰਗ ਹਥਿਆਰਾਂ ਨਾਲ ਨਹੀਂ ਜਿੱਤੀ ਜਾਣੀ। ਇਹ ਜੰਗ ਹਜ਼ਾਰਾਂ ਆਪਣੇ ਜਿਹੜੇ ਆ ਨੌਜਵਾਨ ਬੱਚੇ ਬੱਚੀਆਂ ਸ਼ਹੀਦ ਕਰਾ ਕੇ ਨਹੀਂ ਜਿੱਤੀ ਜਾਣੀ। ਇਹ ਜੰਗ ਜਿੱਤਣ ਦਾ ਸਿਰਫ ਇੱਕ ਹੱਲ ਹੈ, ਉਹ ਹੈ ਪਾਕਿਸਤਾਨ, ਹੱਲ ਖਾਲਿਸਤਾਨ। ਇਹ ਤੁਹਾਨੂੰ ਮੰਨਣਾ ਪੈਣਾ। ਇਹ ਘਰ ਘਰ ਔਰ ਉਹਨਾਂ ਦੇ ਜ਼ਿਹਨ ਔਰ ਦਿਮਾਗ 'ਚ ਇਹ ਗੱਲ ਬਿਠਾਣੀ ਪੈਣੀ ਹੈ। ਜੇ ਤੁਸੀਂ ਪਾਕਿਸਤਾਨ ਦੀ ਹੋਂਦ ਚਾਹੁੰਦੇ ਹੋ, ਜੇ ਤੁਸੀਂ ਪਾਕਿਸਤਾਨ ਨੂੰ ਐਜ਼ ਏ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਜੋ ਅੱਜ ਹੈ ਇਸੇ ਸ਼ੇਪ 'ਚ ਚਾਹੁੰਦੇ ਹੋ, ਤੇ ਤੁਹਾਨੂੰ ਇਸ ਹਿੰਦੁਸਤਾਨ ਦੇ ਟੁਕੜੇ ਟੁਕੜੇ ਕਰਨੇ ਪੈਣਗੇ, ਨਹੀਂ ਤੇ ਪਾਕਿਸਤਾਨ ਦੇ ਆਵਾਮ ਤੇ ਪਾਕਿਸਤਾਨ ਦੀ ਹੋਂਦ ਨੂੰ ਖਤਰਾ ਹੈ ਅਜ਼ਹਰ ਸਾਹਿਬ। ਅੱਛਾ, ਤੁਹਾਡਾ ਜਦੋਂ ਪਹਿਲੇ ਇੰਟਰਵਿਊ ਕੀਤਾ ਉਹਦੇ ਬਾਅਦ ਤੁਹਾਡੀ ਗੱਲ ਬੜੀ ਸੁਣੀ ਜਾ ਰਹੀ ਹੈ, ਪਾਕਿਸਤਾਨੀ ਕੌਮ ਵੀ ਸੁਣ ਰਹੀ ਹੈ, ਪ੍ਰਾਈਮ ਮਿਨਿਸਟਰ ਵੀ ਸੁਣ ਰਿਹਾ, ਫੌਜ ਵੀ ਸੁਣ ਰਿਹਾ, ਤੇ ਤੁਹਾਡੀ ਗੱਲ ਤਵੱਜੋ ਵੀ ਦਿੱਤੀ ਜਾ ਰਹੀ ਹੈ। ਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਖਾਲਿਸਤਾਨ ਦਾ ਮੁਤਾਲਬਾ ਹੈ, ਬਲਕਿ ਅਸੀਂ ਲਾਸਟ ਗੱਲ ਵੀ ਕੀਤੀ ਸੀ ਕਿ ਪਾਕਿਸਤਾਨ ਨੂੰ ਸਪੋਰਟ ਕਰਨੀ ਚਾਹੀਦੀ ਹੈ ਤੁਹਾਡੇ ਇਸ ਮੁਤਾਲਬੇ ਦੀ, ਤੇ ਕੁਝ ਰਾਵਾਂ ਇਹ ਵੀ ਨੇ ਕਿ ਤੁਹਾਨੂੰ
ਪਾਸਪੋਰਟ ਦੇ ਕੇ ਯੂਨਾਈਟਿਡ ਨੇਸ਼ਨ ਦੇ ਵਿੱਚ ਖਿਤਾਬ ਦਾ ਮੌਕਾ ਵੀ ਦਿੱਤਾ ਜਾਏ, ਜਿੱਥੇ ਤੁਸੀਂ ਆਪਣੇ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਕਰ ਸਕੋ। ਦੇਖੋ, ਇਸ ਦੇ ਉੱਤੇ ਮੈਂ ਬੋਲਾਂਗਾ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਮੈਂ ਪਾਕਿਸਤਾਨ ਦੀ ਸਰਕਾਰ ਤੇ ਫੌਜ ਜੋ ਸੋਚਦੀ ਪਈ ਹੈ ਉਸ ਤੇ ਵਾਪਸ ਹੋਣਾ, ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ, ਦੁਨੀਆ ਦੇ ਵਿੱਚ ਇਹ ਮੈਂ ਫਖਰ ਨਾਲ ਕਹਿਣਾ, ਗੁਰੂ ਨਾਨਕ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਝੁੱਕ ਕੇ ਕਹਿਣਾ ਤੇ ਅੱਲਾਹ ਦੇ ਨਾਂ ਤੇ ਕਹਿਣਾ, ਜਿੱਦਣ ਦਾ ਪਾਕਿਸਤਾਨ ਦੇ ਉੱਤੇ ਇਹਨਾਂ ਨੇ ਜੰਗ ਲਗਾਈ ਹੈ, ਦੁਨੀਆ ਦੇ ਵਿੱਚ ਸਿਰਫ ਇੱਕ ਕੌਮ ਤੇ ਇੱਕ ਪੰਥ, ਉਹ ਹੈ ਸਿੱਖ ਪੰਥ, ਉਹ ਹੈ ਖਾਲਿਸਤਾਨ ਪੱਖੀ ਸਿੱਖ। ਤੇ ਖਾਲਿਸਤਾਨੀ ਪੱਖੀ ਸਿੱਖਾਂ ਚੋਂ ਵੀ ਅਜ਼ਹਰ ਸਾਹਿਬ ਉਹ ਜਿਹੜੇ ਖਾਲਿਸਤਾਨ ਰੈਫਰੈਂਡਮ ਕਰਾਉਂਦੇ ਆ, ਹਥਿਆਰਬੰਦ ਜਿਹੜੇ ਕਹਿੰਦੇ ਸੀ ਪਿਛਲੇ 25 ਸਾਲ ਤੋਂ ਕਿ ਅਸੀਂ ਪੰਜਾਬ ਨੂੰ ਹਥਿਆਰਬੰਦ ਹੋ ਕੇ ਸੰਘਰਸ਼ ਕਰਨਾ ਹੈ, ਤੇ ਜਿਨ੍ਹਾਂ ਦੇ ਪਿੱਛੇ ਵੱਡੀ ਵੱਡੀ ਤਾਕਤਾਂ ਵੀ ਸੀ ਉਹ ਵੀ ਚੁੱਪ ਕਰਕੇ ਬੈਠ ਗਏ ਆ। ਅੱਜ ਜਿਹੜੀ ਕਲਮ ਦੀ ਤਾਕਤ ਵਾਲੇ, ਜਿਨ੍ਹਾਂ ਨੇ ਕਲਮ ਦਾ ਹਥਿਆਰ ਫੜਿਆ ਹੋਇਆ, ਉਹਨਾਂ ਨੇ ਸਿਰਫ ਤੇ ਸਿਰਫ ਪਾਕਿਸਤਾਨ ਦਾ ਝੰਡਾ ਦੁਨੀਆ ਦੇ ਵਿੱਚ ਬੁਲੰਦੀਆਂ ਤੇ ਪਹੁੰਚਾਤਾ ਹੈ, ਜਿਸ ਨੂੰ ਇਹ ਭਾਰਤੀ ਹਕੂਮਤ ਸੋਚਦੀ ਸੀ ਕਿ ਇਸ ਪਾਕਿਸਤਾਨ ਦੇ ਨਾਲ ਸਿੱਖ ਨਹੀਂ ਖੜੇਗਾ, ਸਿੱਖ ਸਾਡੇ ਨਾਲ ਹੈ, ਖਾਲਿਸਤਾਨੀ ਪੱਖੀ ਵੀ ਸਿੱਖ ਸਾਡੇ ਨਾਲ ਹੋਣਗੇ, ਪਰ ਉਹ ਅਸੀਂ ਝੂਠਾ ਸਾਬਤ ਕਰਾਇਆ। ਅੱਜ ਦੁਨੀਆ ਦੇ ਵਿੱਚ ਚਾਹੇ ਅਮਰੀਕਾ, ਚਾਹੇ ਕੈਨੇਡਾ, ਚਾਹੇ ਯੂਰਪ ਹੈ, ਜਿੱਥੇ ਖਾਲਿਸਤਾਨੀ ਪੱਖੀ ਸਿੱਖ ਹੈ, ਯੂਕੇ ਦੇ ਵਿੱਚ ਸਾਡੇ ਭਾਈ ਪਰਮਜੀਤ ਸਿੰਘ ਪੰਮਾ ਹੈ, ਕੋਆਰਡੀਨੇਟਰ ਖਾਲਿਸਤਾਨ ਰੈਫਰੈਂਡਮ ਦੇ, ਉਹਨਾਂ ਨੇ ਭਾਰਤੀ ਹਕੂਮਤ ਦੇ ਸਾਹਮਣੇ, ਹਾਈ ਕਮਿਸ਼ਨ ਦੇ ਸਾਹਮਣੇ ਜਾ ਕੇ ਇਹਨਾਂ ਦੇ ਜਿਹੜੇ ਝੰਡੇ ਪਾੜੇ ਹੈ ਤੇ ਜ਼ਮੀਨ ਦੇ ਉੱਤੇ ਜਿਹੜਾ ਨਰਿੰਦਰ ਮੋਦੀ ਉਹ ਗਰਕ ਕੀਤਾ ਹੈ। ਇੱਕ ਹਕੂਮਤ ਦੇ ਲਈ ਪੂਰਾ ਸਿੱਖ ਪੰਥ ਜਿਹੜਾ ਹੈ ਆਪਣੇ ਝੰਡੇ ਲੈ ਕੇ ਬਾਹਰ ਨਿਕਲ ਆਇਆ ਹੈ। ਅੱਜ ਹੁਣ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਫੌਜ ਨੂੰ ਕੀ ਕਰਨਾ ਪੈਣਾ ਹੈ, ਤੁਹਾਨੂੰ ਯਾਦ ਰੱਖਣਾ ਪੈਣਾ ਹੈ। ਮੇਰੀ ਵੀਡੀਓ ਤੁਸੀਂ ਇਹ ਰੱਖ ਲਿਓ, ਕਿਉਂਕਿ ਭਾਰਤੀ ਹਕੂਮਤ ਨੇ ਮੇਰੇ ਸਿਰ ਤੇ 5 ਲੱਖ ਦਾ ਇਨਾਮ ਰੱਖਿਆ ਹੋਇਆ। ਮੈਨੂੰ ਅੱਜ ਮਾਰਿਆ ਜਾਏ ਜਾਂ ਮੈਨੂੰ ਸਾਲ ਬਾਅਦ ਮਾਰਿਆ ਜਾਏ, ਤੁਸੀਂ ਵੀਡੀਓ ਰੱਖਣੀ ਹੈ। ਜਿੰਨੀ ਦੇਰ ਤੱਕ ਭਾਰਤੀ ਕਬਜ਼ੇ ਵਾਲਾ ਪੰਜਾਬ ਆਜ਼ਾਦ ਨਹੀਂ ਹੁੰਦਾ, ਜਿੰਨੀ ਦੇਰ ਤੱਕ ਸਿੱਖ ਪੰਥ ਆਜ਼ਾਦ ਨਹੀਂ ਹੁੰਦਾ, ਜਿੰਨੀ ਦੇਰ ਤੱਕ ਉਹ ਖਿੱਤਾ ਇੱਕ ਖਾਲਿਸਤਾਨ ਨਹੀਂ ਬਣਦਾ। ਅਸੀਂ ਉਸ ਨੂੰ ਬਫਰ ਸਟੇਟ ਨਹੀਂ ਕਹਿਣਾ। ਬਫਰ ਸਟੇਟ ਉਹ ਹੁੰਦੀ ਹੈ ਜਿਹੜੀ ਇਧਰੋਂ ਵੀ ਜਿਹਨੂੰ ਪੈਣ ਤੇ ਇਧਰੋਂ ਵੀ ਪੈਣ। ਅਸੀਂ ਇੱਕ ਆਜ਼ਾਦ ਮੁਲਕ ਬਣਾਣਾ। ਅਜ਼ਹਰ ਸਾਹਿਬ, ਜੇ ਖਾਲਿਸਤਾਨ ਮੁੜ ਕੇ ਬਣਦਾ ਤੇ ਪਾਕਿਸਤਾਨ ਦੇ ਵੱਲ ਉਸ ਦਿਨ ਤੋਂ ਬਾਅਦ ਕੋਈ ਮਿਜ਼ਾਈਲ ਨਹੀਂ ਜਾਏਗੀ। ਅਸੀਂ ਜਾਣੀਏ ਖਾਲਿਸਤਾਨ ਵਾਲੇ ਜਾਂ ਫਿਰ ਹਿੰਦੁਸਤਾਨ ਜਾਣੇ। ਜਿੱਥੇ ਅਸੀਂ ਪੰਜਾਬ ਆਜ਼ਾਦ ਕਰਾਉਣਾ, ਅਸੀਂ ਕਸ਼ਮੀਰ ਆਜ਼ਾਦ ਕਰਾਉਣਾ, ਅਸੀਂ 9 ਟੁਕੜੇ ਇਸ ਹਿੰਦੁਸਤਾਨ ਦੀ ਹਕੂਮਤ ਦੇ ਕਰਾਂਗੇ। ਇਹ ਜਿਹੜਾ ਹਿੰਦੁਸਤਾਨ ਦਾ ਨਕਸ਼ਾ ਹੈ, ਜਿਹੜਾ ਹਿੰਦੁਸਤਾਨ ਦਾ ਨਕਸ਼ਾ ਤੁਸੀਂ ਵੇਖਦੇ ਹੋ, ਇਹ ਦੁਨੀਆ ਦੇ ਨਕਸ਼ਿਆਂ ਤੋਂ ਮਿਟਾ ਦੇਵਾਂਗੇ। ਇਹ ਸਾਡਾ ਅਹਿਦ ਹੈ, ਇਹ ਸਾਡਾ ਵਾਅਦਾ ਹੈ, ਇਹ ਸਾਡੀ ਗੁਰੂ ਕੋਲ ਅਰਦਾਸ ਹੈ। ਪਨੂੰ ਜੀ, ਤੁਸੀਂ ਬਲਕਿ ਦੱਸਿਆ ਵੀ ਸੀ ਕਿ ਪਾਕਿਸਤਾਨ ਜਿਹੜਾ ਭਾਰਤੀ ਪੰਜਾਬ ਹੈ, ਉੱਥੇ ਨਾਅਰੇ ਲੱਗ ਗਏ ਪਾਕਿਸਤਾਨ ਦੇ। ਕੀ ਤੁਹਾਡੇ ਕੋਲ ਖਬਰਾਂ ਨੇ? ਕੀ ਹੁਣ ਤੱਕ ਜੋ ਤੁਸੀਂ ਅਪੀਲ ਵੀ ਕੀਤੀ ਸੀ ਤੇ ਕਿ ਜਦੋਂ ਤੋਂ ਆਪਾਂ ਬਾਅਦ ਵਿੱਚ ਗੱਲ ਕੀਤੀ ਸੀ, ਅਸੀਂ 20 ਮਿਲੀਅਨ ਜਿਹੜਾ ਮੈਸੇਜ ਹੈ ਉਹ ਪੰਜਾਬ ਦੇ ਭਾਰਤੀ ਜਿਹੜੇ ਫੌਜ ਦੇ ਵਿੱਚ ਹੈਗੇ ਆ, ਰਾਜਸਥਾਨ ਵਾਲੇ, ਹਰਿਆਣੇ ਵਾਲੇ, ਵੈਸਟ ਬੰਗਾਲ ਵਾਲੇ, ਉਹਨਾਂ ਦੇ ਸੁਨੇਹਾ ਵਾਪਸ ਆਏ ਆ। ਅਸੀਂ ਪਹਿਲਾਂ ਫੌਜੀਆਂ ਨੂੰ ਸੁਨੇਹਾ ਲਾਇਆ ਕਿ ਪਾਕਿਸਤਾਨ ਤੁਹਾਡਾ ਦੁਸ਼ਮਣ ਨਹੀਂ ਹੈ, ਇਹ ਹਿੰਦੁਸਤਾਨ ਤੇ ਹਿੰਦੁਸਤਾਨ ਦਾ ਸਿਸਟਮ ਤੁਹਾਡਾ ਦੁਸ਼ਮਣ ਹੈ। ਔਰ ਭਾਰਤੀ ਫੌਜ ਦੇ ਇਹਨਾਂ ਜਿਹੜੇ ਜ਼ਿਲ੍ਹਿਆਂ ਦੇ ਹੈਗੇ ਆ ਫੌਜੀ, ਉਹ ਮੰਨੇ ਇਸ ਗੱਲ ਨੂੰ ਕਿ ਵੀ ਅਸੀਂ ਮੋਦੀ ਦੀ ਰਾਜਨੀਤਿਕ ਲੜਾਈ ਨਹੀਂ ਲੜਨਾ ਚਾਹੁੰਦੇ। ਔਰ ਉਸ ਦਾ ਨਤੀਜਾ ਮੈਂ ਆਡੀਓਜ਼ ਰਿਲੀਜ਼ ਕੀਤੀਆਂ ਫੌਜੀਆਂ ਦੀਆਂ, ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਫੋਨ ਵਾਪਸ ਲੈ ਲਏ ਹੈ, ਉਹਨਾਂ ਦੇ ਉੱਤੇ ਸਰਵੇਲੈਂਸ ਹੈ। ਫੋਨ ਵਾਪਸ ਲੈ ਕੇ ਉਹਨਾਂ ਨੂੰ ਕਿਹਾ ਗਿਆ ਵੀ ਆਪਣੇ ਪਰਿਵਾਰਾਂ ਨੂੰ ਦੱਸੋ ਕਿ ਕੋਈ ਵੀ ਬਾਹਰੋਂ ਮੈਸੇਜ ਆ ਰਿਹਾ ਉਹ ਮੈਸੇਜ ਨਾ ਲਿਆ ਜਾਏ। ਫੌਜ ਦੇ ਵਿੱਚ ਬਗਾਵਤ ਕਰਵਾਈ ਹੈ 7 ਦਿਨਾਂ ਦੇ ਵਿੱਚ, ਜਿਹੜਾ ਪਿਛਲੇ 50 ਸਾਲ ਚ ਨਹੀਂ ਕੋਈ ਕਰਵਾ ਸਕਿਆ। ਜੂਨ 84 ਚ ਹੋਈ ਸੀ, ਕਿਉਂਕਿ ਦਰਬਾਰ ਸਾਹਿਬ ਦੇ ਉੱਤੇ ਉਦੋਂ ਹਮਲਾ ਕੀਤਾ ਗਿਆ ਸੀ। ਉਹ ਦਰਬਾਰ ਸਾਹਿਬ ਜਿਹੜਾ ਸਾਡਾ ਅਸਥਾਨ ਹੈ, ਉੱਥੇ ਹਮਲਾ ਹੋਇਆ ਸੀ ਤਾਂ ਫੌਜ ਨੇ ਬਗਾਵਤ ਕੀਤੀ ਸੀ। ਪਹਿਲੀ ਵਾਰ ਫੌਜ ਨੇ ਬਗਾਵਤ ਕੀਤੀ ਹੈ ਕਿ ਅਸੀਂ ਭਾਰਤੀ ਹਕੂਮਤ ਤੇ ਨਰਿੰਦਰ ਮੋਦੀ ਲਈ ਨਹੀਂ ਲੜਾਂਗੇ। ਇਹ ਬਗਾਵਤ ਦੇ ਨਿਸ਼ਾਨ ਤੋਂ ਅੱਗੇ ਸ਼ੁਰੂ ਹੁੰਦਾ ਹੈ ਕਿ ਕਦੀ ਵੀ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਝੰਡੇ ਨਹੀਂ ਚੜੇ। ਕੱਲ ਮੈਨੂੰ ਨੌਜਵਾਨਾਂ ਦੇ ਕਾਲਜਾਂ ਦੇ ਵਿੱਚੋਂ ਦੀ ਵੀਡੀਓਜ਼ ਆਈਆਂ ਜਿਹੜੇ ਮੇਰੇ ਤੱਕ ਪਹੁੰਚ ਸਕਦੇ ਆ, ਚਾਹੇ ਉਹ ਫਰੀਦਕੋਟ ਹੈ, ਚਾਹੇ ਅੰਮ੍ਰਿਤਸਰ ਹੈ ਜਾਂ ਪਠਾਨਕੋਟ ਹੈ। ਉਹਨਾਂ ਨੇ ਪਾਕਿਸਤਾਨ ਦੇ ਝੰਡੇ ਚੜਾਏ ਆ। ਉਹਨਾਂ ਨੇ ਲਿਖਿਆ ਕਿ 6 ਵੈਲਕਮ ਪਾਕਿਸਤਾਨ ਆਰਮੀ, ਹਿੰਦੁਸਤਾਨ ਮੋਦੀ ਮੁਰਦਾਬਾਦ। ਇਹ ਪੰਜਾਬ ਦੇ ਵਿੱਚ ਚੱਲਦਾ ਪਿਆ। ਬਿਲਕੁਲ। ਤੇ ਤੁਸੀਂ ਇਹ ਚੀਜ਼ ਕਨਫਰਮ ਕਰ ਰਹੇ ਹੋ ਕਿ ਭਾਰਤੀ ਫੌਜ ਵਿੱਚ ਜਿਹੜੇ ਸਿੱਖ ਭਰਾ ਨੇ ਉਹ ਬਗਾਵਤ ਕਰਨ ਦੇ ਟੁਰ ਪਏ ਨੇ? ਮੈਂ ਨਹੀਂ ਕਨਫਰਮ ਕਰ ਰਿਹਾ, ਉਹਨਾਂ ਦੀਆਂ ਆਡੀਓ ਮੈਸੇजेस ਮੈਂ ਤੁਹਾਡੇ ਕੋਲ ਭੇਜ ਦਿੰਦਾ। ਉਹਨਾਂ ਦੇ ਆਡੀਓ ਮੈਸੇजेस ਦੱਸਦੇ ਆ ਕਿ ਫੌਜ ਦੇ ਵਿੱਚ ਬਗਾਵਤ ਹੈ।
ਫੌਜ ਗੱਲ ਕਮਾਂਡਰਸ ਦੀ ਨਹੀਂ ਸੁਣਦੀ, ਉਹਨਾਂ ਨੂੰ ਸਵਾਲ ਪੁੱਛਦੀ ਹੈ ਕਿ ਇਹ ਅਸੀਂ ਫੌਜ 'ਚ ਭਰਤੀ ਹੋਏ ਸੀ ਆਪਣੀਆਂ ਹੱਦਾਂ ਬਚਾਉਣ ਵਾਸਤੇ। ਹੱਦਾਂ ਦੇ ਉੱਤੇ ਹਮਲਾ ਕੀਤਾ ਸੀ ਚੀਨ ਨੇ, 50 ਫੌਜੀ ਮਾਰ ਦਿੱਤੇ ਇਹਨਾਂ ਦੇ। 50,000 ਸਕੁਅਰ ਫੁੱਟ ਜਿਹੜਾ ਹੈ ਉਹ ਆਪਣਾ ਇਹ ਸਮਾਨ ਉਹਨਾਂ ਨੂੰ ਦੇ ਕੇ, ਆਪਣਾ ਏਰੀਆ ਦੇ ਕੇ ਤੇ ਘਰਾਂ ਨੂੰ ਚਲੇ ਗਏ। ਕਿਸੇ ਨੇ ਚੀਨ ਵੱਲ ਨਹੀਂ ਵੇਖਿਆ। ਜਿਹੜੀ ਫੌਜ ਹੈ ਉਹ ਹੱਦਾਂ ਬਚਾਉਣ ਵਾਸਤੇ ਹੁੰਦੀ ਹੈ, ਰਾਜਨੀਤਿਕ ਲੜਾਈ ਲੜਨ ਵਾਸਤੇ ਨਹੀਂ ਹੁੰਦੀ। ਇਹ ਸਵਾਲ ਜਵਾਬ ਕਮਾਂਡਰਸ ਦੇ ਨਾਲ ਹੋਏ ਉੱਥੇ, ਮੇਰੇ ਕੋਲ ਆਡੀਓਜ਼ ਹੈਗੀਆਂ। ਤੇ ਹੁਣ ਜਿਹੜੇ 5 ਜਹਾਜ਼ ਵੀ ਡਿੱਗੇ ਨੇ, ਉਹਦੇ ਉੱਤੇ ਕੀ ਰਿਐਕਸ਼ਨ ਹੈਗਾ? ਜਿਹੜੇ ਫੌਜੀ ਨੇ ਉਹ ਤੇ ਨਾਲ ਜਿਹੜਾ ਭਾਰਤੀ ਪੰਜਾਬ ਉੱਥੇ ਆਪਣੇ ਸਿੱਖ ਭਰਾਵਾਂ ਦਾ ਕੀ ਰਿਐਕਸ਼ਨ ਹੈ ਜਿਹੜਾ ਪਾਕਿਸਤਾਨ ਨੇ ਮਾਰ ਡਿਗਾਏ ਨੇ? ਦੇਖੋ, ਇੱਕ ਜਿਹੜਾ ਜਹਾਜ਼ ਹੈਗਾ ਉਹ ਸਾਡੇ ਬਠਿੰਡੇ ਬੜੇ ਸੱਜਣ ਹੈਗੇ ਆ, ਅਕਾਲੀ ਪਿੰਡ ਹੈ, ਉਹਦੇ 'ਚ ਡਿੱਗਿਆ। ਇੱਕ ਪਠਾਨਕੋਟ 'ਚ ਡਿੱਗਿਆ। ਪਰ ਭਾਰਤੀ ਹੁਕੂਮਤ ਤੇ ਨਰਿੰਦਰ ਮੋਦੀ ਦੀ ਹੁਕੂਮਤ ਹਮੇਸ਼ਾ ਦੀ ਤਰ੍ਹਾਂ ਇਹ ਕਹਿ ਰਹੀ ਹੈ ਜੀ ਸਾਡੇ ਜਿਹੜੇ ਫਾਈਟਰ ਜੈਟਸ ਹੈ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਨੈਟ ਦੇ ਉੱਤੇ ਖਬਰਾਂ ਵੀ ਛਪ ਗਈਆਂ ਸੀ, ਫਿਰ ਖਬਰਾਂ ਸਾਰੀਆਂ ਕੰਟਰੋਲ ਕਰ ਲਈਆਂ ਗਈਆਂ। ਪਰ ਤੁਸੀਂ ਇਸ ਨੂੰ ਜਿਹੜਾ ਹੈ ਸਟ੍ਰੈਟਜੀ ਇਹ ਬਣਾਣੀ ਹੈ ਕਿ ਇਹ ਜਿਹੜਾ ਦੁਸ਼ਮਣ ਹੈ, ਜਿਹੜਾ ਹਿੰਦੁਸਤਾਨ ਹੈ, ਇਹ ਹਮੇਸ਼ਾ ਦੇ ਸਟੈਬ ਯੂ ਇਨ ਦਾ ਬੈਕ। ਇਹ ਤੁਹਾਡੀ ਪਿੱਠ ਦੇ ਵਿੱਚ ਛੁਰਾ ਮਾਰਦੇ ਆ ਜਦੋਂ ਤੁਸੀਂ ਕਿਸੇ। ਹੁਣ ਇਹਨਾਂ ਨੇ ਜਿਹੜੀ ਤੁਹਾਡੇ ਨਾਲ ਜੰਗ ਜਿਹੜੀ ਹੈ ਉਹ ਸ਼ੁਰੂ ਕਰ ਚੁੱਕੇ ਆ। ਤੁਸੀਂ ਇਕੱਲੇ ਇਹ ਨਾ ਦੇਖੋ ਕਿ ਉਹਨਾਂ ਨੇ ਮਦਰਸੇ ਜਿਹੜੇ ਆ ਜਾਂ ਆਪਣੀ ਮਸਜਿਦ ਦੇ ਉੱਤੇ ਹਮਲਾ ਕਰਕੇ ਛੋਟੇ ਛੋਟੇ ਬੱਚੇ ਸ਼ਹੀਦ ਕਰ ਦਿੱਤੇ ਆ। ਜਿਹੜੀ ਜੰਗ ਉਹਨਾਂ ਨੇ ਲਾਈ ਹੈ, ਦੇ ਆਰ ਯੂਜ਼ਿੰਗ ਵਾਟਰ ਐਜ਼ ਅ ਵੈਪਨ। ਜਿਹੜਾ ਪਾਣੀ ਹੈ ਉਸ ਨੂੰ ਹਥਿਆਰ ਵਜੋਂ ਯੂਜ਼ ਕੀਤਾ ਜਾ ਰਿਹਾ ਹੈ। ਉਹ ਤੁਹਾਡੇ ਉੱਤੇ ਜੰਗ ਇੰਪੋਜ਼ ਉਹਨਾਂ ਨੇ ਕਰ ਦਿੱਤੀ ਹੈ। ਤੁਸੀਂ ਕਿੰਨੇ ਦਿਨ ਚੁੱਪ ਕਰਕੇ ਬੈਠੋਗੇ? ਤੁਹਾਡੀ ਸਟ੍ਰੈਟਜੀ ਜਿਹੜੀ ਹੈਗੀ ਹੈ ਉਹ ਡਿਪਲੋਮੈਟਿਕ ਹੋਣੀ ਚਾਹੀਦੀ ਹੈ। ਔਰ ਸਭ ਤੋਂ ਪਹਿਲਾ ਕੰਮ ਮੈਂ ਹਮੇਸ਼ਾ ਕਹਿ ਰਿਹਾ, ਆਪਣੇ ਵਾਸਤੇ ਵੀ ਕਹਿ ਰਿਹਾ, ਪਾਕਿਸਤਾਨ ਵਾਸਤੇ ਵੀ ਕਹਿ ਰਿਹਾ, ਕਿ ਖਾਲਿਸਤਾਨ ਰੈਫਰੈਂਡਮ ਦਾ ਰੈਜ਼ੋਲੂਸ਼ਨ UN ਦੇ ਵਿੱਚ ਪਾ ਲਓ। ਤੁਸੀਂ ਗੱਲ ਕੀਤੀ ਹੈ ਕਿ ਗੱਲ ਚੱਲਦੀ ਪਈ ਹੈ ਮੈਨੂੰ ਪਾਸਪੋਰਟ ਦੇ ਕੇ। ਬਿਲਕੁਲ ਮੈਨੂੰ ਪਾਸਪੋਰਟ ਦਿਓ। ਮੈਂ ਇਕੱਲਾ ਬੰਦਾ, ਗੁਰੂ ਸਾਹਿਬ ਬਖਸ਼ਿਸ਼ ਕਰਨ ਅੱਲਾਹ ਦੇ ਨਾਮ ਤੇ, ਮੈਂ ਇਕੱਲਾ ਬੰਦਾ ਇਸ ਹਿੰਦੁਸਤਾਨ ਦੇ ਟੁਕੜੇ ਕਰ ਸਕਦਾ, ਕਿਉਂਕਿ ਪੰਥ ਸਾਡੇ ਨਾਲ ਹੈ, ਸਾਡੇ ਨਾਲ ਸ਼ਹੀਦ ਨਾਲ ਹੈ। 1.5 ਲੱਖ ਸਿੰਘ ਸ਼ਹੀਦ ਜਿਹੜੇ ਹੋਇਆ, ਮੈਂ ਉਹਨਾਂ ਦੀ ਆਵਾਜ਼ ਹਾਂ। ਜਿਹੜਾ 10 ਮਿਲੀਅਨ ਸਿੱਖ ਇਸ ਹਿੰਦੁਸਤਾਨ ਹੇਠ ਗੁਲਾਮ ਹੈ ਤੇ ਜਿਹੜਾ ਖਾਲਿਸਤਾਨ ਬਣਾਉਣਾ ਚਾਹੁੰਦਾ ਹੈ, ਅਸੀਂ ਉਸ ਦੀ ਆਵਾਜ਼ ਹਾਂ। ਜਿੱਦਣ ਪੰਜਾਬ ਆਜ਼ਾਦ ਹੁੰਦਾ ਹੈ ਇਸ ਹਿੰਦੁਸਤਾਨ ਦੇ 9 ਟੁਕੜੇ ਹੋਣਗੇ। ਇਹ ਯਾਦ ਰੱਖਣਾ ਅਜ਼ਹਰ ਸਾਹਿਬ। ਬੜੀ ਵੱਡੀ ਗੱਲ ਕੀਤੀ ਹੈ ਕਿ ਅਗਰ ਤੁਹਾਨੂੰ ਪਾਸਪੋਰਟ ਮਿਲ ਜਾਂਦਾ ਤੇ ਤੁਸੀਂ UN 'ਚ ਜਾ ਕੇ ਮੁਕੱਦਮਾ ਲੜੋਗੇ ਆਪਣੇ ਖਾਲਿਸਤਾਨ ਦਾ। ਤੁਸੀਂ ਮੁਕੱਦਮਾ ਕੀ ਲੜਨਾ? ਤੁਸੀਂ ਉੱਥੇ ਕੇਸ ਪਾ ਸਕਦੇ ਹੋ, ਰੈਜ਼ੋਲੂਸ਼ਨ ਪਾ ਸਕਦੇ ਹੋ। ਜਨਰਲ ਅਸੈਂਬਲੀ ਦੇ ਵਿੱਚ ਅੱਜ ਪਾਕਿਸਤਾਨ ਰੈਜ਼ੋਲੂਸ਼ਨ ਲੈ ਕੇ ਆਏ। 51 ਮੁਲਕ ਜਿਹੜੇ ਮੁਸਲਿਮ ਮੁਲਕ ਹੈ ਉਹ ਪਾਕਿਸਤਾਨ ਦੇ ਨਾਲ ਖੜਨਗੇ ਹੋਣਗੇ। ਜਿੰਨੀ ਦੇਰ ਤੱਕ ਇੱਕ ਵਾਰੀ ਪਾਕਿਸਤਾਨ ਦੇ ਨਾਲ, ਜਿੱਦਾਂ ਅੱਜ ਅਸੀਂ ਖੜੇ ਹਾਂ, ਅਸੀਂ ਇਹ ਵੀ ਕਿਹਾ ਕਿ ਤੁਸੀਂ ਫੌਜ ਪੰਜਾਬ ਵੱਲ ਲੈ ਕੇ ਆਓ। ਜੇ ਅਸੀਂ ਪੰਜਾਬ ਤੁਹਾਡੇ ਨਾਲ ਨਾ ਖੜਿਆ ਫਿਰ ਤੁਸੀਂ ਦੱਸਿਓ, ਅਸੀਂ ਖੜਾਂਗੇ ਉਹਨਾਂ ਦਾ ਮੁਕਾਬਲਾ। ਪਰ ਸਾਨੂੰ ਗੰਡਿਆਂ ਦੇ ਨਾਲ ਤੇ ਜਿਹੜੀ ਉੱਥੇ ਲੱਸੀ ਪੀ ਕੇ ਮੁਕਾਬਲਾ ਨਹੀਂ ਹੁੰਦਾ। ਫੌਜਾਂ ਦਾ ਮੁਕਾਬਲਾ ਫੌਜਾਂ ਕਰ ਸਕਦੀਆਂ ਤੇ ਸਿੱਖ ਤੋਂ ਵੱਡਾ ਕੋਈ ਵੱਡਾ ਫੌਜੀ ਨਹੀਂ ਹੈ। ਤੇ ਇਸ ਵੇਲੇ ਜਿਹੜੀ ਸੂਰਤ ਹਾਲ ਹੈ ਜਿਹੜੀ ਬਾਰਡਰ ਦੇ ਉੱਤੇ, ਤੇ ਖਾਸ ਤੌਰ ਤੇ ਇੱਕ ਪ੍ਰੋਪੇਗੈਂਡਾ ਕੀਤਾ ਗਿਆ ਕਿ ਜੀ ਸ਼ਾਇਦ ਕਸ਼ਮੀਰ ਤੇ ਕਿਸੇ ਗੁਰਦੁਆਰੇ ਤੇ ਕੋਈ ਹਮਲਾ ਕੀਤਾ ਗਿਆ ਤੇ ਕੋਈ ਜਾਲੀ ਲੋਕ ਵੀ ਇਕੱਠੇ ਕੇ ਉੱਥੇ ਉਹਨਾਂ ਨੂੰ ਖਿਲਾਰ ਕੇ ਤੇ ਪ੍ਰੈਸ ਕਾਨਫਰੰਸ ਕਰਾਈ ਗਈ। ਤੁਹਾਡੇ ਕੋਲ ਕੀ ਇਤਲਾਤ ਹੈ ਇਹਦੇ ਬਾਰੇ? ਨਹੀਂ, ਬਿਲਕੁਲ ਝੂਠੀ ਖਬਰ ਹੈਗੀ ਹੈ। ਦਿਸ ਇਜ਼ ਦੀ ਡਿਸਇਨਫੋਰਮੇਸ਼ਨ ਜਿਹੜਾ ਉਹ ਨੈਰੇਟਿਵ ਕਰਦੇ ਪਏ ਆ। ਜਿਹੜੇ ਉੱਥੇ ਦੇ ਜੰਮੂ ਪੁੰਛ ਦੇ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਹੈ ਨਰਿੰਦਰ ਸਿੰਘ, ਅੱਜ ਉਹ ਟੀਵੀਆਂ ਤੇ ਆ ਕੇ ਬੋਲ ਕੇ ਗਏ ਆਪਣੇ। ਉਹਨਾਂ ਨੇ ਕਿਹਾ ਜੀ ਹਮਲਾ ਜਿਹੜਾ ਹੈ ਗੁਰਦੁਆਰਾ ਸਾਹਿਬ ਤੇ ਨਹੀਂ ਹੋਇਆ। ਜਿਹੜਾ ਕੋਈ ਮਿਜ਼ਾਈਲ ਅਟੈਕ ਹੋਇਆ ਸੀ ਉਹਦਾ ਇੱਕ ਹਿੱਸਾ ਜਿਹੜਾ ਹੈ ਗੁਰਦੁਆਰੇ ਦੀ ਜਿਹੜੀਆਂ ਬਾਰੀਆਂ ਤੇ ਦਰਵਾਜ਼ੇ ਹੈ ਉਹਦੇ ਵਿੱਚ ਬਿਲਕੁਲ ਵੱਜਾ ਹੈ। ਦਰਵਾਜ਼ੇ ਤੇ ਬਾਰੀਆਂ ਦਾ ਨੁਕਸਾਨ ਹੋਇਆ। ਜਿਹੜਾ ਹਮਲਾ ਉਹ ਗੁਰਦੁਆਰਾ ਸਾਹਿਬ ਤੇ ਨਹੀਂ ਹੋਇਆ। ਜਿਹੜੇ ਉਹ ਪਾਠੀ ਸਿੰਘ ਤੇ ਅਰਦਾਸੀ ਸਿੰਘ ਕਹਿੰਦੇ ਉਹਨਾਂ ਦੀ ਮੌਤ ਹੋਈ ਹੈ, ਉਹ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੋਈ ਹੈ। ਕਿਸੇ ਗੁਰਦੁਆਰਾ ਸਾਹਿਬ ਤੇ ਹਮਲਾ ਨਹੀਂ ਹੋਇਆ। ਇਹ ਭਾਰਤੀ ਹੁਕੂਮਤ ਦਾ ਜਿਹੜਾ ਹੈ ਇੱਕ ਨੈਰੇਟਿਵ ਹੈ। ਇਥੋਂ ਤੁਸੀਂ ਸਮਝ ਸਕਦੇ ਹੋ, ਚੰਗਾ ਹੋਇਆ ਤੁਸੀਂ ਲੈ ਆਇਆ ਕਿ ਸਾਡੇ ਨੈਰੇਟਿਵ ਨੂੰ, ਸਿੱਖਸ ਫਾਰ ਜਸਟਿਸ ਤੇ ਖਾਲਿਸਤਾਨ ਦੇ ਰੈਫਰੈਂਡਮ ਦੇ ਨੈਰੇਟਿਵ ਨੂੰ, ਕਿ ਸਿੱਖ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਖੜੇ। ਉਹ ਹੁਣ ਇਹ ਦਿਖਾਉਣਾ ਚਾਹ ਰਹੇ ਆ ਕਿ ਪਾਕਿਸਤਾਨ ਦੀ ਫੌਜ ਨੇ ਗੁਰਦੁਆਰੇ ਤੇ ਹਮਲਾ ਕਰਤਾ ਤੇ ਸਿੱਖ ਜਿਹੜਾ ਉਹ ਪਾਕਿਸਤਾਨ ਦੇ ਉਲਟ ਹੋਵੇ। ਅਸੀਂ ਉਹ 2 ਘੰਟੇ ਦੇ ਨੈਰੇਟਿਵ ਖਤਮ ਕਰ ਦਿੱਤਾ। ਇੱਕ ਇਹ ਵੀ ਇਤਲਾਤ ਸੀ ਕਿ ਅੰਮ੍ਰਿਤਸਰ 'ਚ ਵੀ ਕੁਝ ਮਿਜ਼ਾਈਲ ਉਹਨਾਂ ਦੇ ਆਪਣੇ ਡਿੱਗੇ ਨੇ ਤੇ ਉਹ ਉਹਨੂੰ ਕਹਿੰਦੇ ਸ਼ਾਇਦ ਪਾਕਿਸਤਾਨ ਨੇ ਸੁੱਟੇ ਨੇ। ਉਹ ਉੱਥੇ ਇਹ ਵੀ ਹਜੇ 4 ਘੰਟੇ ਪਹਿਲਾਂ ਕੰਮ ਚੱਲਦਾ ਪਿਆ ਸੀ। ਉਹ ਆਪਣੇ ਆਦਮਪੁਰ 에ਅਰ ਬੇਸ ਤੋਂ ਮਿਜ਼ਾਈਲਸ, ਜੋ ਸਾਨੂੰ ਹਜੇ ਤੱਕ ਪਤਾ ਲੱਗਾ ਹੈ, ਉਹ ਟੈਸਟ ਕਰਦੇ ਪਏ ਸੀ ਮਿਜ਼ਾਈਲਸ ਨੂੰ। ਤੇ ਉਹ ਮਿਜ਼ਾਈਲਸ ਅੰਮ੍ਰਿਤਸਰ ਵੱਲ ਜਾਂਦੀਆਂ ਪਈਆਂ। ਉਹ ਕਹਿੰਦੇ ਜੀ ਕੋਈ ਕਹਿੰਦਾ ਧਮਾਕਾ ਸੁਣ ਲਿਆ, ਕੋਈ ਕਹਿੰਦਾ ਕੁਝ ਸੁਣ ਲਿਆ, ਕਿਉਂਕਿ ਇਹ ਨੈਰੇਟਿਵ ਡਿਸਇਨਫੋਰਮੇਸ਼ਨ ਕੰਪੇਨ ਦਾ ਤੇ ਉਹਨਾਂ ਨੇ ਬਲੈਕ ਆਊਟ ਕੀਤਾ ਉੱਥੇ।
ਜਦੋਂ ਬਲੈਕਆਊਟ ਕੀਤਾ ਤੇ ਦਰਬਾਰ ਸਾਹਿਬ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਬਲੈਕਆਊਟ ਹੋਇਆ। ਸੋ ਉਹ ਹੁਣ ਦਰਬਾਰ ਸਾਹਿਬ ਦੀ ਬਲੈਕਆਊਟ ਦੀ ਲੈ ਕੇ ਜਿਹੜੀ ਵੀਡੀਓਜ਼ ਹੈ ਦੁਨੀਆ 'ਚ ਪਾਉਂਦੇ ਪਏ ਹੈ ਦਿਖਾਉਣ ਵਾਸਤੇ ਕਿ ਪਾਕਿਸਤਾਨ ਦਰਬਾਰ ਸਾਹਿਬ ਦੇ ਉੱਤੇ ਕੋਈ ਬਲੈਕਆਊਟ ਹੋ ਗਿਆ, ਕੋਈ ਪਤਾ ਨਹੀਂ ਵੀ ਇੱਥੇ ਵੀ ਹਮਲਾ ਨਾ ਕਰਦੇ। ਇਹ ਦੁਨੀਆ ਦੇ ਵਿੱਚ, ਪਰ ਇਹ ਵੀ ਜਿਹੜਾ ਘੰਟੇ ਬਾਅਦ ਉਹ ਨੰਗੇ ਹੋ ਗਏ ਜਦੋਂ ਉਹਨਾਂ ਦੀ ਆਪਣੀ ਹੀ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਭਾਈ ਅਸੀਂ ਤਾਂ ਡਰਿਲ ਕਰਦੇ ਪਏ ਸੀ, ਜਦੋਂ ਉਹਨਾਂ ਨੇ ਦੇਖਿਆ ਵੀ ਦੁਨੀਆ ਉਲਟ ਹੋ ਰਹੀ ਹੈ। ਸੋ ਉਹਨਾਂ ਦੇ ਹਰ ਜਿਹੜਾ ਨੈਰੇਟਿਵ ਹੈ ਹਿੰਦੁਸਤਾਨ ਦਾ, ਅਸੀਂ ਉਹਨੂੰ ਕਾਊਂਟਰ ਕਰਦੇ ਪਏ ਹਾਂ। ਅੱਛਾ, ਹੁਣ ਕੈਨੇਡਾ ਦੀਆਂ ਮੈਂ ਕੁਝ ਫਿਲਮਾਂ ਦੇਖਣ ਡਿਆ ਸੀ। ਸੰਡੇ ਦੀ ਉੱਥੇ ਵੱਡੀ ਇੱਕ ਰੈਲੀ ਨਿਕਲੀ ਹੈ ਜਿਹਦੇ ਵਿੱਚ ਮੋਦੀ ਦੇ ਦੂਜਿਆਂ ਦੇ ਜਿਹੜੇ ਮੁਜੱਸਮੇ ਬਾਰਸ ਦੇ ਪਿੱਛੇ ਉਹਨਾਂ ਨੂੰ ਖੜੇ ਕਰਕੇ ਤੇ ਉਹ ਕੀਤਾ ਗਿਆ ਤੇ ਬੜੀ ਸਟਰੋਂਗ ਇੱਕ ਹਮਾਇਤ ਆਈ ਹੈ ਉੱਥੋਂ। ਕੀ ਇਤਲਾਤ ਨੇ ਤੁਹਾਡੀਆਂ ਟੋਰਾਂਟੋ ਦੇ ਬਾਰੇ 'ਚ ਉੱਥੇ? ਜੀ, ਉਹ ਟੋਰਾਂਟੋ ਜਿਹੜਾ ਨਗਰ ਕੀਰਤਨ ਸੀਗਾ ਤੇ ਉਹਦੇ ਵਿੱਚ ਸਾਡੇ ਸਿਕਸ ਫਾਰ ਜਸਟਿਸ ਦੇ ਖਾਲਿਸਤਾਨ ਰੈਫਰੈਂਡਮ ਦਾ ਹੀ ਉਹ ਫਲੋਟ ਸੀ, ਜਿਹਦੇ ਵਿੱਚ ਮੋਦੀ, ਜੈ ਸ਼ੰਕਰ ਤੇ ਜਿਹੜਾ ਅਮਿਤ ਸ਼ਾਹ ਹੈ ਉਹਨਾਂ ਨੂੰ ਹੱਥਕੜੀਆਂ ਲਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀ ਤੇ ਉਹਦੇ ਤੇ ਲਿਖਿਆ ਹੋਇਆ ਸੀ ਕਿ ਇਹ ਥੀਸ ਆਰ ਦੀ ਐਨਮੀਜ਼ ਆਫ ਦਾ ਸਿੱਖਸ, ਇਹਨਾਂ ਨੇ ਸਾਡਾ ਹਰਦੀਪ ਸਿੰਘ ਨਿੱਜਰ ਸ਼ਹੀਦ ਕੀਤਾ ਹੈ ਐਂਡ ਵੀ ਆਰ ਗੋਇੰਗ ਟੂ ਹੋਲਡ them ਅਕਾਊਂਟੇਬਲ। ਉਹਦੇ 'ਚ ਇਹ ਲਿਖਿਆ ਗਿਆ ਸੀ ਕਿ ਅਸੀਂ ਇਹਨਾਂ ਦੀ ਰਾਜਨੀਤਿਕ ਮੌਤ ਹੋਏਗੀ, ਇਹਨਾਂ ਨੂੰ ਦੁਨੀਆ ਦੇ ਕਾਨੂੰਨ ਹੇਠ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਹ ਫਲੋਟ ਜਿਹੜਾ ਹੈ ਜਿਹਦੇ ਪਿੱਛੇ 4 ਲੱਖ, ਉੱਥੇ 4 ਤੋਂ 5 ਲੱਖ ਦਾ ਇਕੱਠ ਸੀ, ਉਹ ਫਲੋਟ ਦੇ ਵਿੱਚ ਲੱਖਾਂ ਦੇ ਹਿਸਾਬ ਦੇ ਨਾਲ ਲੋਕ ਉਹਦੇ ਪਿੱਛੇ ਸੀ ਤੇ ਭਾਰਤੀ ਹੁਕੂਮਤ ਹਮੇਸ਼ਾ ਦੀ ਤਰ੍ਹਾਂ ਕਹਿ ਰਹੀ ਹੈ ਦੇਖੋ ਜੀ ਇਹ ਅੱਤਵਾਦ ਫੈਲਾ ਰਹੇ ਹੈ। ਜੇ ਭਾਰਤੀ ਹੁਕੂਮਤ ਸਾਨੂੰ ਅੱਤਵਾਦੀ ਕਹੇ, ਜਿਨ੍ਹਾਂ ਨੇ ਕਲਮ ਫੜੀ ਹੋਈ ਹੈ, ਜਿਨ੍ਹਾਂ ਨੇ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਵੋਟਾਂ ਕਰਾ ਰਹੇ ਆ, ਅਸੀਂ ਜਿਹੜੇ ਅੱਤਵਾਦੀ, ਪਰ ਜਿਹੜੀ ਭਾਰਤੀ ਹੁਕੂਮਤ ਹੈ ਜਿਹੜੀ ਮਸਜਿਦਾਂ ਤੇ ਹਮਲਾ ਕਰੇ ਤੇ ਉੱਥੇ ਛੋਟੇ ਛੋਟੇ ਬੱਚੇ ਮਾਰੇ, ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ, ਜਿਹੜੇ ਬਾਹਰ ਆ ਕੇ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਨ, ਮੈਨੂੰ ਮਾਰਨ ਦੀ ਕੋਸ਼ਿਸ਼ ਕਰਨ, ਤੇ ਉਹ ਜਿਹੜੇ ਅੱਤਵਾਦੀ ਨਹੀਂ ਹੈ। ਅਸੀਂ ਇਹ ਦਿਖਾਣਾ ਚਾਹੁੰਦੇ ਸੀ ਔਰ ਅਸੀਂ ਬੜੀ ਸਕਸੈਸਫੁਲੀ ਦੁਨੀਆ ਨੂੰ ਇਹ ਵਿਖਾ ਸਕੇ ਹਾਂ। ਪਾਕਿਸਤਾਨ ਦੇ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਆ ਤਾਉਲਾ ਤਾਰੜ, ਉਹ ਮੈਂ ਉਹਨਾਂ ਨੂੰ ਸੁਣ ਰਿਹਾ ਸੀ BBC ਤੇ ਵੀ ਸ਼ਿਕਾਇਤ ਤੇ ਵੀ ਉਹਨਾਂ ਨੇ ਖੁਸੂਸੀ ਤੌਰ ਤੇ ਜਿਹੜਾ ਹਮਲਾ ਹੋਇਆ ਤੇ ਸ਼ਹਾਦਤ ਹੋਈ ਨਿੱਜਰ ਸਿੰਘ ਦੀ ਤੇ ਤੁਹਾਡੇ ਤੇ ਹਮਲਾ ਆ ਉਹਦੇ ਤੇ ਬਾਰ-ਬਾਰ ਉਹਦਾ ਜ਼ਿਕਰ ਵੀ ਕਰ ਰਹੇ ਨੇ ਤੇ ਪਹਿਲੀ ਦਫਾ ਹੋਇਆ ਪਾਕਿਸਤਾਨ ਵੀ ਇਸ ਮਾਮਲੇ ਨੂੰ ਚੁੱਕਦਾ ਪਿਆ ਇੰਟਰਨੈਸ਼ਨਲ ਲੈਵਲ ਤੇ ਕੈਸੇ ਦੇਖ ਰਹੇ ਹੋ ਤੁਸੀਂ ਇਹਦੇ ਉੱਤੇ ਕਿ ਜੇ ਪਾਕਿਸਤਾਨ ਵੀ ਹੁਣ ਗੱਲ ਕਰਦਾ ਪਿਆ ਇਸ ਮਾਮਲੇ ਤੇ? ਦੇਖੋ, ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੇ ਕਿਸੇ ਜਗ੍ਹਾ ਤੇ ਸ਼ੁਰੂਆਤ ਕੀਤੀ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ। ਬਟ ਐਕਸ਼ਨਸ ਸਪੀਕਸ ਲਾਊਡਰ ਦੈਨ ਵਰਡ। ਅੱਜ ਪਾਕਿਸਤਾਨ ਦੀ ਹੋਂਦ ਨੂੰ ਖਤਰਾ ਹੈ, ਜਿਹੜੀ ਗੱਲਾਂ ਨਾਲ ਨਹੀਂ ਬਚਣੀ ਹੈ। ਤਾਂ ਮੈਂ ਲਗਾਤਾਰ ਦੱਸ ਰਿਹਾ, ਪਾਕਿਸਤਾਨ ਹੱਲ ਖਾਲਿਸਤਾਨ, ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਪਾਕਿਸਤਾਨ ਨੂੰ ਸਿੱਖ ਦੀ ਮਦਦ ਕਰਨੀ ਪੈਣੀ ਹੈ, ਆਜ਼ਾਦ ਮੁਲਕ ਜਿਹੜਾ ਬਣਾਉਣਾ ਪੈਣਾ ਹੈ, ਉਹਦੇ ਨਾਲ ਕਸ਼ਮੀਰ ਆਜ਼ਾਦ ਹੋਏਗਾ ਔਰ ਪਾਕਿਸਤਾਨ ਦੀ ਹੋਂਦ ਜਿਹੜੀ ਆ ਉਹ ਦੁਨੀਆ ਦੇ ਵਿੱਚ ਕਾਇਮ ਰਹੇਗੀ। 1970 ਤੋਂ ਪਹਿਲਾਂ ਵਾਲੀ ਹੋਂਦ ਹੋਏਗੀ ਜਦੋਂ ਪਾਕਿਸਤਾਨ ਦੂਜੇ ਮੁਲਕਾਂ ਨੂੰ ਜਿਹੜਾ ਹੈ ਉਹ ਲੋਨ ਦਿਆ ਕਰਦਾ ਸੀ। ਮੈਂ ਕਹਿ ਸਕਦਾ ਵਾਂ ਕਿ ਹੁਣ ਕਿ ਤੁਸੀਂ ਸਿੱਖ ਬਰਾਦਰੀ ਨੇ, SFJ ਨੇ ਪਾਕਿਸਤਾਨ ਕੋਲੋਂ ਬਕਾਇਦਾ ਮਦਦ ਮੰਗ ਲਈ ਹੈ ਖਾਲਿਸਤਾਨ ਦੀ ਆਜ਼ਾਦੀ ਲਈ। ਐਮ ਆਈ ਰਾਈਟ? ਮੈਂ ਤੁਹਾਨੂੰ ਬੋਲ ਕੇ ਦੱਸ ਸਕਦਾ ਕਿ ਮੇਰੀ ਜਿਹੜੀ ਦਰਖਾਸਤ ਹੈ ਉਹ ਪਾਕਿਸਤਾਨ ਦੀ ਸਰਕਾਰ ਕੋਲ ਹੈ, ਪਾਕਿਸਤਾਨ ਦੀ ਫੌਜ ਕੋਲ ਹੈ। ਅੱਜ ਤੁਹਾਡੇ ਕੋਲ ਪਾਵਰ ਹੈ, ਅੱਜ ਤੁਹਾਡੇ ਕੋਲ ਰਾਜਨੀਤਿਕ ਸ਼ਕਤੀ ਹੈ, ਤੁਸੀਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਬੈਠੇ ਹੋ। ਅਸੀਂ ਤੁਹਾਡੇ ਕੋਲੋਂ ਕੋਈ ਟੈਂਕ ਨਹੀਂ ਮੰਗਦੇ ਪਏ, ਅਸੀਂ ਤੁਹਾਡੇ ਕੋਲੋਂ ਹਥਿਆਰ ਨਹੀਂ ਮੰਗਦੇ ਪਏ, ਅਸੀਂ ਤੁਹਾਡੇ ਕੋਲੋਂ ਇੱਕ ਮੰਗ ਕਰਦੇ ਹਾਂ, ਜਿੱਦਾਂ ਅਸੀਂ ਤੁਹਾਡੇ ਲਈ ਖੜੇ ਹਾਂ ਤੇ ਛਾਤੀਆਂ 'ਚ ਗੋਲੀਆਂ ਖਾਣ ਲਈ ਤਿਆਰ ਹਾਂ ਕਿ ਪਾਕਿਸਤਾਨ ਦੇ ਵੱਲ ਕੋਈ ਨਜ਼ਰ ਨਾ ਕਰੇ। ਅਸੀਂ ਟੈਂਕਾਂ ਦੇ ਅੱਗੇ ਖੜਨ ਨੂੰ ਤਿਆਰ ਹਾਂ ਤੇ ਟੈਂਕਾਂ ਦੇ ਥੱਲੇ ਆਵਾਂਗੇ ਕਿ ਪਾਕਿਸਤਾਨ ਵੱਲ ਕੋਈ ਨਜ਼ਰ ਨਾ ਕਰੇ। ਅਸੀਂ ਇੰਨੀ ਮੰਗ ਕਰਦੇ ਹਾਂ ਕਿ ਇੱਕ ਖਾਲਿਸਤਾਨ ਰੈਫਰੈਂਡਮ ਦਾ ਰੈਜ਼ੋਲੂਸ਼ਨ UN ਸਿਕਿਉਰਿਟੀ ਕਾਉਂਸਲ ਤੇ ਜਨਰਲ ਅਸੈਂਬਲੀ 'ਚ ਪਾਉਣ, ਉਸ ਤੋਂ ਬਾਅਦ ਅਸੀਂ ਜਾਣੀਏ ਤੇ ਹਿੰਦੁਸਤਾਨ ਜਾਣੇ। ਤੁਸੀਂ ਤਕਰੀਰ ਕਰੋਗੇ ਉੱਥੇ? ਮੈਂ ਤਾਂ ਅੱਗੇ ਹੀ ਕਰਦਾ, ਤੁਸੀਂ ਮੈਨੂੰ ਮੌਕਾ ਦਿਓ ਤੇ ਮੈਂ ਹਰ ਜਗ੍ਹਾ ਦੇ ਉੱਤੇ ਇਹ ਜਿਹੜੀ ਗੱਲ ਕਹੀ ਹੈ ਖੁੱਲ ਕੇ ਕਹਾਂਗਾ ਔਰ ਅਸੀਂ ਲੌਬਿੰਗ ਕਰਾਂਗੇ ਔਰ ਮੇਕ ਸ਼ੋਰ ਕਰਾਂਗੇ ਕਿ ਜਨਰਲ ਅਸੈਂਬਲੀ 'ਚ ਜਿਹੜਾ ਰੈਜ਼ੋਲੂਸ਼ਨ ਪਾਕਿਸਤਾਨ ਖਾਲਿਸਤਾਨ ਦੇ ਉੱਤੇ ਪਾਏਗਾ ਅਸੀਂ ਉਹਨੂੰ ਪਾਸ ਕਰਵਾਉਣ ਤੱਕ ਲੈ ਕੇ ਜਾਵਾਂਗੇ। ਅੱਛਾ, ਹੁਣ ਗੱਲ ਕਰਨੇ ਤੁਹਾਡਾ ਹੁਣ ਅਗਲਾ ਰੈਫਰੈਂਡਮ ਆ ਰਿਹਾ ਵਾਸ਼ਿੰਗਟਨ DC ਵਿੱਚ, ਕਿਦੋਂ ਆ ਰਿਹਾ ਤੇ ਕੀ ਤਿਆਰੀਆਂ ਤੁਹਾਡੀਆਂ? 17 ਅਗਸਤ ਨੂੰ ਆ ਰਿਹਾ ਅਜ਼ਹਰ ਸਾਹਿਬ, ਔਰ 17 ਅਗਸਤ ਨੂੰ ਇਸ ਕਰਕੇ ਅਸੀਂ ਪਾਇਆ ਕਿ ਅੱਜ ਦੁਨੀਆ ਦੀ ਜਿਹੜੀ ਰਾਜਨੀਤੀ ਹੈ, ਕਿਉਂਕਿ ਇਹ ਜੰਗ ਲੱਗਣ ਤੋਂ ਪਹਿਲਾਂ ਦੀਆਂ ਗੱਲਾਂ ਜਦੋਂ ਜੰਗੀ ਸ਼ੁਰੂ ਹੋਇਆ ਸੀ, ਕਿ ਰਾਜਨੀਤੀ ਅੱਜ ਦੁਨੀਆ ਦੀ ਚੱਲਦੀ ਪਈ ਆ ਵਾਸ਼ਿੰਗਟਨ DC ਤੋਂ, ਕਿਉਂਕਿ ਸਾਡੀ ਨਵੀਂ ਸਰਕਾਰ ਪ੍ਰੈਜ਼ੀਡੈਂਟ ਟਰੰਪ ਦੀ ਬਣੀ ਹੈ, ਜਿਹੜੇ ਕਿ ਬੜੇ ਹੀ ਜਾਂਬਾਜ਼ ਹੈ, ਜਿਸ ਜਗ੍ਹਾ ਤੇ ਖਲੋਂਦੇ ਆ ਜੋ ਗੱਲ ਕਹਿੰਦੇ ਆ ਉਹੀ ਕਰਦੇ ਆ, ਜਾਂ ਕਹਿੰਦੇ ਆ ਜਾਂ ਕਰਦੇ ਆ, ਦੋਨੋਂ ਕੰਮ ਉਹ ਕਰਦੇ ਆ। ਔਰ 15 ਅਗਸਤ ਨੂੰ ਭਾਰਤ ਜਿਹੜਾ ਹੈ ਆਜ਼ਾਦ ਹੋਇਆ ਸੀ, ਅਸੀਂ 17 ਅਗਸਤ ਨੂੰ ਕਰਦੇ ਪਏ ਆ ਰੈਫਰੈਂਡਮ
ਖਾਲਿਸਤਾਨ ਦਾ ਵਾਸ਼ਿੰਗਟਨ ਡੀਸੀ 'ਚ, ਜਿਸ ਦਾ ਮਕਸਦ ਹੈ ਦੁਨੀਆ ਨੂੰ ਦਿਖਾਉਣ ਨੂੰ ਕਿ ਇੰਡੀਆਜ਼ ਇੰਡੀਪੈਂਡੈਂਸ ਡੇ ਇਜ਼ ਨਾਟ ਇੰਡੀਪੈਂਡੈਂਸ ਫॉर ਦੀ ਸਿੱਖਸ ਆਫ ਪੰਜਾਬ, we are seeking liberation of Punjab from the Indian occupation। और वो सवाल भी ਉਹਦੇ 'ਚ ਇਹ ਹੈ, should Indian governed Punjab be an independent country? ਖਾਲਿਸਤਾਨ ਕਿੰਨੇ ਕੁ ਲੋਕ ਆਉਣ ਦੀ ਤੁਹਾਨੂੰ ਹੈ? ਦੇਖੋ ਵਾਸ਼ਿੰਗਟਨ ਡੀਸੀ ਹੈ, ਉੱਥੇ ਤਾਂ ਲੋਕ ਜਿਹੜੇ ਆ ਸਿੱਖ ਪੰਥ ਬਹੁਤ ਥੋੜਾ ਵਸਦਾ, ਪਰ ਜਿਹੜਾ ਇਹ ਨਾਰਥ ਈਸਟ ਸਾਈਡ ਸਾਡੀ ਹੈਗੀ ਹੈ, ਤੁਸੀਂ ਵੇਖੋਗੇ। ਔਰ ਅਸੀਂ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਵਾਸ਼ਿੰਗਟਨ ਡੀਸੀ ਪਹੁੰਚੋ ਔਰ ਆਪਣੇ ਆਪ ਆ ਕੇ ਦੇਖੋ। ਪੂਰੇ ਜਰਨਲਿਸਟ ਜਿਹੜੇ ਪਾਕਿਸਤਾਨ ਦੇ, ਚਾਹੇ ਪਾਕਿਸਤਾਨ 'ਚ ਬੈਠੇ ਆ, ਤੁਸੀਂ ਇਸ ਗੱਲ ਦੇ ਵਿੱਚ ਵੀ ਸਾਡਾ ਸਾਥ ਦਿਓ। 17 ਅਗਸਤ ਨੂੰ ਆ ਕੇ ਪਹੁੰਚ ਕੇ ਦੇਖੋ ਵੀ ਕਿਸ ਵੱਡੇ ਪੱਧਰ ਦੇ ਉੱਤੇ ਸਿੱਖ ਪੰਥ ਆਪਣੀ ਸ਼ਾਂਤਮਈ ਢੰਗ ਦੇ ਨਾਲ ਡੈਮੋਕ੍ਰੈਟਿਕ ਤੌਰ ਦੇ ਉੱਤੇ ਵੋਟਾਂ ਕਰਵਾ ਰਿਹਾ। ਮੈਂ ਤੇ ਇਟਲੀ ਵੀ ਗਿਆ ਸੀ, ਤੇ ਮੈਂ ਲੰਡਨ ਵੀ ਵੇਖਿਆ, ਤੇ ਮੈਂ ਟੋਰਾਂਟੋ ਵੀ ਆਇਆ ਸੀ ਤੁਹਾਡੇ ਰੈਫਰੈਂਡਮ, ਤੁਹਾਡੇ ਵੈਨਕੂਵਰ ਵੀ ਆਇਆ। ਤੇ ਉੱਥੇ ਜੋ ਲੋਕ ਆਉਂਦੇ ਨੇ, ਜਿਸ ਤਰ੍ਹਾਂ 2 ਸਾਲ ਦਾ ਬੱਚੇ ਨੂੰ ਵੀ ਵੇਖਿਆ, 80 ਸਾਲ ਦੀ ਮਾਵਾਂ ਵੀ ਉੱਥੇ ਸਨ, ਬਜ਼ੁਰਗ ਵੀ ਸਨ। ਜਜ਼ਬਾ ਤੇ ਬਹੁਤ ਹੁੰਦਾ ਉਹਨਾਂ ਦੇ ਵਿੱਚ। ਤੇ ਨੌਜਵਾਨ ਜਿਹੜੇ ਨੇ ਉਹ ਅੱਜ ਵੀ, ਬਲਕਿ ਮੈਂ ਇੱਕ ਪੋਸਟ ਲਾਈ ਆ ਉਹਦੇ ਤੇ ਐਕਸ ਤੇ ਉਹ ਮੈਂ ਵੀਡੀਓਜ਼ ਵੀ ਲਾਈਆਂ ਨੇ। ਤੇ ਉੱਥੇ ਤੇ ਦੁਨੀਆ ਜਿਹੜੀ ਆ ਉਹ ਤੇ ਇੰਝ ਆਉਂਦੀ ਆ ਕਿ ਜਿਸ ਤਰ੍ਹਾਂ ਉਹ ਅਜ਼ਹਰ ਸਾਹਿਬ, ਇਹ ਪੰਜਾਬ, ਇਹ ਸਿੱਖ ਉਹ ਹੈ ਜਿਨਨੇ ਆਪਣੇ ਇੱਕ ਪਰਿਵਾਰ ਨੇ 3-3 ਬੱਚੇ ਸ਼ਹੀਦ ਕਰਾਏ ਹੈ। 1.5 ਲੱਖ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ। 84 ਤੋਂ ਲੈ ਕੇ 95 ਤੱਕ ਇੱਕ ਹਥਿਆਰਬੰਦ ਸੰਘਰਸ਼ ਲੜਿਆ। ਇਹ ਇੱਕੋ ਇੱਕ ਹਥਿਆਰਬੰਦ ਸੰਘਰਸ਼ ਹੈ ਜਿਹਦੇ ਵਿੱਚ ਜਿੰਨੇ ਸਾਡੇ ਤੇ ਹਮਲਾ ਕੀਤਾ, ਅਸੀਂ ਪਹਿਲਾਂ ਕਦੀ ਕਿਸੇ ਤੇ ਹਮਲਾ ਨਹੀਂ ਕੀਤਾ। ਜੂਨ 84 ਦੇ ਵਿੱਚ ਫੌਜਾਂ ਚੜ ਕੇ ਦਰਬਾਰ ਸਾਹਿਬ ਤੇ ਆਈਆਂ ਤਾਂ ਉਸ ਵਕਤ ਨਿਸ਼ਾਨੇ ਤੇ ਸੀ ਇੰਦਰਾ ਗਾਂਧੀ। 6 ਮਹੀਨੇ 180 ਦਿਨਾਂ ਤੋਂ ਪਹਿਲਾਂ ਉਸ ਦਾ ਖਾਲਸਾਈ ਇਨਸਾਫ ਲਿਆ ਗਿਆ। ਨਵੰਬਰ 1984 ਦੇ ਵਿੱਚ ਸਾਡੀ ਜਿਹੜੀ ਹੈ ਨਸਲਕੁਸ਼ੀ ਕੀਤੀ ਗਈ, ਉਸ ਦਾ ਬਦਲਾ ਲਿਆ ਗਿਆ। 15 ਸਾਲ ਹਥਿਆਰਬੰਦ ਸੰਘਰਸ਼ ਲੜਿਆ ਸਾਡੇ ਸਿੰਘਾਂ ਨੇ। 1.5 ਲੱਖ ਸਿੰਘ ਸਿੰਘਣੀਆਂ ਸ਼ਹਾਦਤ ਹੋਈ ਹੈ। ਜਿਹੜੀ ਮੇਰੀ ਇਹ ਆਵਾਜ਼ ਹੈ, ਜਿਨ੍ਹਾਂ ਦੇ ਲਈ ਮੈਂ ਬੋਲਦਾ, ਅਸੀਂ ਉਹਨਾਂ ਸਿੰਘ ਸਿੰਘਣੀ ਜਿਹੜੇ ਸ਼ਹੀਦ ਹੋਏ ਆ, ਉਹਨਾਂ ਦੇ ਨਾਂ ਤੇ ਇਹ ਵੋਟਾਂ ਪੈਂਦੀਆਂ। ਅਸੀਂ ਉਹਨਾਂ ਦੀ ਆਵਾਜ਼ ਆ। ਮੈਂ ਕੁਝ ਵੀ ਨਹੀਂਗਾ। ਜੇ ਤੁਸੀਂ ਮੈਨੂੰ ਸਮਝੋ ਕਿ ਪੰਨੂ ਕੋਈ ਚੀਜ਼ ਆ, ਪੰਨੂ ਕੁਝ ਨਹੀਂਗਾ। ਪੰਨੂ ਉਹਨਾਂ ਸਿੰਘ ਸਿੰਘਣੀ ਜਿਹੜੇ ਸ਼ਹੀਦ ਹੋਏ ਆ, ਉਹਨਾਂ ਦੀ ਆਵਾਜ਼ ਹੈ। ਤੇ ਉਹਨਾਂ ਦੀ ਆਵਾਜ਼ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਦੀ ਅਸੀਂ ਆਵਾਜ਼ ਬਣਨਾ ਹੈ। ਅਸੀਂ ਆਵਾਜ਼ ਬਣਾਂਗੇ। 17 ਅਗਸਤ ਨੂੰ ਤੁਸੀਂ ਦੇਖੋਗੇ ਕਿ ਕਿਸ ਵੱਡੇ ਪੱਧਰ ਦੇ ਉੱਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਉੱਥੇ ਵੋਟਾਂ ਪੈਂਦੀਆਂ। ਚਲੋ ਮੈਂ ਵੀ ਉੱਥੇ ਆਵਾਂਗਾ ਤੇ ਦੇਖਨੇ ਆ ਇੱਕ ਵਾਰੀ ਫੇਰ। ਮੈਨੂੰ ਇਹ ਗੱਲ ਦੱਸੋ ਕਿ ਸਾਡੇ ਜਿਹੜੇ ਸੁਣਨ ਵਾਲੇ ਨੇ, ਦੇਖਣ ਵਾਲੇ ਨੇ, ਉਹਨਾਂ ਨੂੰ ਜ਼ਰਾ ਥੋੜਾ ਜਿਹਾ ਬੈਕਗ੍ਰਾਉਂਡ ਤੇ ਦੱਸੋ, ਜਿਵੇਂ ਕਿ ਇੰਡੀਆ ਨੇ ਕੀ ਜ਼ੁਲਮ ਕੀਤੇ ਸੀ, ਕਿਸ ਤਰ੍ਹਾਂ ਹੋਇਆ ਕਿ ਇਹ ਗੋਲਡਨ ਟੈਂਪਲ ਤੇ ਵੀ ਜਿਹੜਾ ਇਹਨਾਂ ਨੇ ਹਮਲਾ ਕੀਤਾ, ਇੱਕ ਮੁਕੱਦਸ ਜਗ੍ਹਾ ਨੂੰ ਇਹਨਾਂ ਨੇ ਜਿਹੜਾ ਵਾ ਉੱਥੇ ਵੀ ਵੜ ਗਏ। ਕੋਈ ਥੋੜਾ ਜਿਹਾ ਬੈਕਗ੍ਰਾਉਂਡ, ਕੋਈ 2-4 ਮਿੰਟ ਸਾਡੇ ਦੋਸਤ ਜਿਹੜੇ ਨੇ ਉਹਨੂੰ ਰਿਵਾਈਜ਼ ਕਰਨ ਨਾ। ਬਹੁਤ ਸਾਰੇ ਨੌਜਵਾਨਾਂ ਨੂੰ ਪਤਾ ਨਹੀਂ ਕਿ ਕੀ ਸੂਰਤ ਹਾਲ ਸੀ ਪਾਕਿਸਤਾਨ ਦੀ। ਬੜੇ ਛੋਟੇ ਲਫ਼ਜ਼ਾਂ 'ਚ ਮੈਂ ਦੱਸਦਾ ਕਿ ਸਿੱਖ ਲੀਡਰਸ਼ਿਪ ਜਿਹੜੀ ਹੈ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਦਾ ਪਿਆ ਸੀ, ਉਹਨਾਂ ਨੇ ਉਸ ਵਕਤ ਫੈਸਲਾ ਲਿਆ 1947 ਚ ਕਿ ਅਸੀਂ ਭਾਰਤ ਦੇ ਨਾਲ ਰਹਾਂਗੇ, ਅਸੀਂ ਅਲੱਗ ਮੁਲਕ ਨਹੀਂ ਬਣਾਵਾਂਗੇ, ਜਾਂ ਅਸੀਂ ਪਾਕਿਸਤਾਨ ਦੇ ਨਾਲ ਨਹੀਂ ਰਹਾਂਗੇ। ਉਹ ਫੈਸਲਾ ਜਿਹੜਾ ਹੈ 1950 26 ਜਨਵਰੀ 1950 ਨੂੰ ਗਲਤ ਸਾਬਤ ਹੋਇਆ, ਜਦੋਂ ਸਿੱਖ ਧਰਮ ਨੂੰ ਸੰਵਿਧਾਨ ਦੇ ਵਿੱਚ ਇਹ ਡਾਕਟਰ ਅੰਬੇਦਕਰ ਇਹਨਾਂ ਦਾ ਪਿਓ ਬਣਦਾ ਹੈ ਸਾਰੀ ਦੁਨੀਆ ਦਾ, ਜਿਹੜਾ ਕਹਿੰਦਾ ਜੀ ਮੈਂ ਦਲਿਤ ਦੀ ਆਵਾਜ਼ ਹਾਂ। ਜਿੱਥੇ ਉਹ ਸਿੱਖ ਨੂੰ ਹਿੰਦੂ ਧਰਮ ਦਾ ਹਿੱਸਾ ਬਣਾ ਗਿਆ, ਉੱਥੇ ਹੀ ਜਿਹੜੀ ਕਲਾਸ ਸਿਸਟਮ ਹੈ, ਜਿਹਨੂੰ ਦਲਿਤ ਕਹਿੰਦੇ ਆ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਇਨਸਾਨ ਬਰਾਬਰ ਦੱਸਿਆ ਜਾਂਦਾ ਹੈ, ਜਿਹੜਾ ਭਗਤ ਰਵਿਦਾਸ ਹੈ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸ਼ੁਭ। ਉਸ ਅੰਬੇਦਕਰ ਨੇ ਆਪਣੇ ਹੀ ਜਿਹੜੇ ਦਲਿਤ ਵਰਗ ਹੈ ਉਹਦੀਆਂ ਕਲਾਸਾਂ ਬਣਾ ਕੇ ਉਹਨਾਂ ਨੂੰ ਸਭ ਤੋਂ ਛੋਟਾ ਇਨਸਾਨ ਦੁਨੀਆ 'ਚ ਬਣਾ ਦਿੱਤਾ। ਵਾਪਸ ਆਈਏ ਪੰਜਾਬ ਦੇ ਉੱਤੇ, ਸਿੱਖ ਦੇ ਉੱਤੇ ਕੀ ਹੁੰਦਾ ਹੈ? ਜਦੋਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਿਆ ਗਿਆ ਤੇ ਜੰਗ ਲੱਗਦੀ ਪਹਿਲਾ ਹਮਲਾ ਦਰਬਾਰ ਸਾਹਿਬ ਦੇ ਉੱਤੇ 1955 ਨੂੰ ਹੁੰਦਾ, ਜੁਲਾਈ ਦੇ ਵਿੱਚ, ਜਦੋਂ ਇਹਨਾਂ ਨੇ ਕਿਹਾ ਜੀ ਅਸੀਂ ਪੰਜਾਬੀ ਸੂਬਾ ਜਿੰਦਾਬਾਦ, ਅੱਜ ਅਸੀਂ ਖਾਲਿਸਤਾਨ ਜਿੰਦਾਬਾਦ ਬੋਲਦੇ ਹਾਂ। ਭਾਰਤੀ ਫੌਜਾਂ 1955 ਚ ਚੜ ਕੇ ਆਈਆਂ ਔਰ ਇਹ ਵੀ ਅਸੀਂ ਕੱਢ ਕੇ ਲਿਆਂਦਾ। ਕਦੀ ਵੀ ਹਿਸਟਰੀ ਦੇ ਵਿੱਚ ਜਿੰਨੇ ਵੀ ਇਤਿਹਾਸਕਾਰ ਬੈਠੇ ਆ, ਗੀਤਕਾਰ ਬੈਠੇ ਆ, ਜਰਨਲਿਸਟ ਬੈਠੇ ਆ, ਕਿਸੇ ਨੇ ਕੱਢ ਕੇ ਨਹੀਂ ਲਿਆਂਦਾ, ਕਿਸੇ ਸਰਕਾਰ ਨੇ ਨਹੀਂ ਲਿਆਂਦਾ। ਸਿੰਗਲ ਹੈਂਡਡਲੀ ਸਿੱਖਸ ਫਾਰ ਜਸਟਿਸ ਨੇ ਕੱਢ ਕੇ ਲਿਆਂਦਾ ਵੀ ਪਹਿਲਾ ਹਮਲਾ ਹੋਇਆ ਸੀ, ਗੋਲੀਆਂ ਵੱਜੀਆਂ ਸੀ, 2000 ਤੋਂ ਵੱਧ ਜ਼ਖਮੀ ਹੋਏ ਸੀ ਔਰ 300 ਤੋਂ ਵੱਧ ਮਾਰੇ ਗਏ ਸੀ ਸਿੱਖ ਉਸ ਦਿਨ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋਇਆ। ਉਸ ਤੋਂ ਬਾਅਦ ਫਿਰ ਜੰਗ ਲੱਗਦੀ ਹੈ, ਫਿਰ ਮੂਵਮੈਂਟਾਂ ਲੱਗਦੀਆਂ, ਫਿਰ ਸਿੱਖ ਪੰਥ ਨੂੰ ਆਦਤ ਹੈ ਮੋਰਚੇ ਲਗਾਉਣ ਦੀ। ਮੋਰਚੇ 'ਚੋਂ ਅਜੇ ਤੱਕ ਕੁਝ ਨਹੀਂ ਨਿਕਲਿਆ ਸਿਵਾਏ ਸਿੱਖਾਂ ਦੀ ਨਸਲਕੁਸ਼ੀ। 6 ਜੂਨ 1984 ਨੂੰ ਸਾਡੇ
ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਨੇ ਅਰਦਾਸ ਕੀਤੀ ਸੀ, ਜ਼ਬਾਨ ਕੀਤੀ ਸੀ ਕਿ ਜੇ ਭਾਰਤੀ ਫੌਜਾਂ ਚੜ ਕੇ ਦਰਬਾਰ ਸਾਹਿਬ ਆ ਗਈਆਂ ਤੇ ਲਾਸ਼ਾਂ ਤੇ ਢੇਰ ਜਾਣਗੇ ਮਿਲਟਰੀ ਦੇ, ਇਹਨਾਂ ਦੀ ਉਹੀ ਗੱਲ ਹੋਈ, ਸ਼ਹੀਦ ਹੋਏ ਹੋ। ਪਰ ਉਥੋਂ 70,000 ਦੀ ਫੌਜ ਜਿਹੜੀ ਹੈ ਉਹ 3 ਦਿਨ ਅੰਦਰ ਨਹੀਂ ਆ ਸਕੀ। ਇੱਕ ਵੱਡੀ ਜੰਗ ਉਸ ਤੋਂ ਬਾਅਦ ਲੱਗੀ ਹੈ। ਨਵੰਬਰ 1984 ਚ ਇਹਨਾਂ ਨੇ ਸਿੱਖ ਨਸਲਕੁਸ਼ੀ ਕੀਤੀ ਹੈ। 30,000 ਸਿੱਖ ਜਿਹੜਾ ਮਾਰ ਮੁਕਾਇਆ। ਸਾਡੀ ਵਿਧਵਾ ਕਾਲੋਨੀ ਇਸ ਦਿੱਲੀ ਦੇ ਵਿੱਚ ਹੈ। ਅੱਜ ਵੀ ਬੀਬੀਆਂ ਉੱਥੇ ਹੈ ਜਿਹੜੀਆਂ ਇਨਸਾਫ ਨਹੀਂ ਮੰਗਦੀਆਂ, ਹੁਣ ਖਾਲਿਸਤਾਨ ਮੰਗਦੀਆਂ। ਇੱਕ ਸੰਘਰਸ਼ ਲੜਿਆ ਗਿਆ 84 ਤੋਂ 95 ਤੱਕ, ਹਥਿਆਰਬੰਦ ਸੰਘਰਸ਼, ਔਰ ਉਸ ਸੰਘਰਸ਼ ਦੇ ਵਿੱਚ ਚੁਣ ਕੇ ਸਾਡੇ ਸਿੰਘਾਂ ਨੇ ਜਿਹੜੇ ਸਾਡੇ ਦੁਸ਼ਮਣ ਸੀ ਬਦਲੇ ਲਏ। ਚਾਹੇ ਇੰਦਰਾ ਗਾਂਧੀ ਸੀ, ਚਾਹੇ ਜਨਰਲ ਵੈਦਿਆ ਸੀ, ਚਾਹੇ ਉਹ ਪੁਲਿਸ ਵਾਲੇ ਸੀ ਜਿਹੜੇ ਅੱਜ ਛਾਲਾ ਮਾਰਦੇ ਫਿਰਦੇ ਆ। ਇਤਿਹਾਸ ਨਹੀਂ ਭੁੱਲਣਾ ਚਾਹੀਦਾ। ਔਰ ਅੱਜ ਹੁਣ ਮੈਂ ਤੁਹਾਨੂੰ ਦੱਸਦਾ ਕਿ ਸਿੱਖ ਪੰਥ ਦੇ ਨਿਸ਼ਾਨੇ ਤੇ 5 ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਔਰ ਜਿਨ੍ਹਾਂ ਨੇ ਅੱਜ ਮਸਜਿਦਾਂ ਦੇ ਉੱਤੇ ਹਮਲਾ ਕਰਵਾਇਆ। ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ, ਜੈ ਸ਼ੰਕਰ ਤੇ ਅਜੀਤ ਡੋਵਲ। ਇਹ ਨਾਮ ਯਾਦ ਰੱਖੋ, ਸਿੱਖ ਪੰਥ ਦੇ ਨਿਸ਼ਾਨੇ ਤੇ ਹੈ, ਪਰ ਸਿੱਖ ਪੰਥ ਦਾ ਅੱਜ ਹਥਿਆਰ ਬਦਲ ਚੁੱਕਾ ਹੈ। ਅਸੀਂ ਗੋਲੀ ਨਹੀਂ ਚਲਾਣੀ, ਅਸੀਂ ਬੰਬ ਨਾਲ ਨਹੀਂ ਉਡਾਣੇ, ਕਿਉਂਕਿ ਇੱਕ ਨਰਿੰਦਰ ਮੋਦੀ ਉੱਡਦਾ ਹੈ ਤੇ 100 ਨਰਿੰਦਰ ਮੋਦੀ ਆਉਂਦੇ ਆ। ਅਸੀਂ ਉਹ ਭਾਰਤੀ ਹਕੂਮਤ ਦਾ ਸਿਸਟਮ ਜੜ੍ਹਾਂ ਤੋਂ ਉਖਾੜ ਦੇਣਾ ਹੈ। ਔਰ ਤਾਕਤ ਹੋਏਗੀ ਕਲਮ ਦੀ, ਹਥਿਆਰ ਹੋਏਗਾ ਰੈਫਰੈਂਡਮ ਦਾ, ਤੇ ਆਜ਼ਾਦ ਹੋਏਗਾ ਪੰਜਾਬ। ਅਜ਼ਹਰ ਸਾਹਿਬ ਤੇ ਇਹਨਾਂ ਦੁਸ਼ਮਣਾਂ ਪੰਜਾਂ ਨੂੰ ਦੁਨੀਆ ਦੀਆਂ ਅਦਾਲਤਾਂ ਦੇ ਵਿੱਚ ਸਜ਼ਾ ਦਿਵਾਵਾਂਗੇ ਕਲਮ ਦੇ ਹਥਿਆਰ ਨਾਲ। ਚਲੋ ਜੀ, ਤੁਹਾਨੂੰ ਬੈਸਟ ਆਫ ਲੱਕ ਤੇ ਪਾਕਿਸਤਾਨ ਜ਼ਿੰਦਾਬਾਦ, ਅਜ਼ਹਰ ਸਾਹਿਬ ਖਾਲਿਸਤਾਨ ਜ਼ਿੰਦਾਬਾਦ। ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ।